इस समय जो कार बाजार का थोड़ा की ਹਾਲਾਤ ਵੱਧ ਤੋਂ ਬੱਤਰ ਹੋਏ ਹੋਏ ਨੇ ਜਨਾਬ। कोविड-19 ਤੋਂ ਪਹਿਲਾਂ ਮੇਰੇ ਕੋਲ 4 ਮੁਲਾਜ਼ਮ ਸੀ ਜੀ। ਹੁਣ ਕੋਵਿਡ-19 ਤੋਂ ਬਾਅਦ ਸਾਨੂੰ ਆਪਣੇ ਖਰਚੇ ਕਰਨੇ ਬੜੇ ਔਖੇ ਹੋਏ ਪਏ ਆ। ਸਰ ਰਾਤ ਨੂੰ 10 ਵਜੇ ਲੋਕਡਾਊਨ ਦਾ ਕੀ ਮਤਲਬ ਆ? ਇੰਨੀ ਸਰਦੀ ਪੈ ਰਹੀ ਆ, ਲੋਕ ਤਾਂ ਵੈਸੇ ਹੀ 6-7 ਵਜੇ ਘਰਾਂ ਨੂੰ ਚੱਲ ਜਾਂਦੇ ਜੀ। ਕਿਹੜਾ ਟਾਈਮ ਆ ਲੋਕਡਾਊਨ ਆਉਣ ਦਾ? ਕਿਉਂਕਿ ਸਾਡਾ ਤਾਂ ਜੋ ਕੰਮ ਟੋਟਲ ਹੀ ਬਰਬਾਦ ਹੋਇਆ ਪਿਆ ਜੀ। ਜੇ ਮਾੜੀ ਮੋਟੀ ਸਾਡੀ ਕੋਈ ਦੁਕਾਨਦਾਰੀ ਚੱਲਣੀ ਸ਼ੁਰੂ ਹੋਈ ਸੀਗੀ, ਆ ਕੋਵਿਡ-19 ਕਰਕੇ ਇਹਨਾਂ ਨੇ ਗਵਰਨਮੈਂਟ ਨੇ ਨਵੇਂ ਸਿਰ ਤੋਂ ਲੋਕਡਾਊਨ ਲਾਉਣ ਦੀ ਜੋ ਤਿਆਰੀ ਕਰ ਰਹੇ ਨੇ ਜੀ, ਉਹਦੇ ਖਿਲਾਫ ਹੁਣ ਅਸੀਂ ਕੋਈ ਵੀ ਕੰਮ ਕਰ ਨਹੀਂ ਕਰ ਪਾ ਰਹੇ ਜੀ। ਜਿਸ ਤਰ੍ਹਾਂ ਅਸੀਂ ਆਨੇ ਆ ਉਸ ਤਰ੍ਹਾਂ ਹੀ ਅਸੀਂ ਵਾਪਸ ਚਲੇ ਜਾਂਦੇ। ਲੁਧਿਆਣਾ ਦੀ ਕਾਰ ਬਾਜ਼ਾਰ ਮਾਰਕੀਟ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਕਾਰ ਬਾਜ਼ਾਰ ਮਾਰਕੀਟ ਹੈ। ਇਸ ਸਮੇਂ ਕੋਵਿਡ-19 ਤੋਂ ਬਾਅਦ ਇਸ ਮਾਰਕੀਟ ਦੇ ਵਿੱਚ ਕੀ ਹਾਲਾਤ ਹੋਏ ਆ, ਆਓ ਅਸੀਂ ਇਸ ਬਾਰੇ ਚਰਚਾ ਕਰੀਏ। ਜੀ ਸਰ, ਸਤਿ ਸ਼੍ਰੀ ਅਕਾਲ ਸਰ। ਕੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਇਸ ਸਮੇਂ ਜਿਹੜਾ ਆ ਕੋਵਿਡ-19 ਤੋਂ ਬਾਅਦ ਜਿਹੜਾ ਇਸ ਸਮੇਂ ਕੀ ਹਾਲਾਤ ਨੇ ਤੁਹਾਡੀ ਮਾਰਕੀਟ ਦੇ? ਸਰ ਕੋਵਿਡ-19 ਦੇ ਬਾਅਦ ਤਾਂ ਹਾਲਾਤ ਬਹੁਤ ਹੀ ਵੱਧ ਤੋਂ ਬੱਤਰ ਹੋ ਚੁੱਕੇ ਹੋਏ ਜੀ। ਕਿਉਂਕਿ ਉਸ ਤੋਂ ਬਾਅਦ ਸਾਡੇ ਕੋਲ ਕਸਟਮਰ ਹੀ ਹੈ ਨਹੀਂ ਗਏ। ਕੋਵਿਡ ਤੋਂ ਪਹਿਲਾਂ ਜੇ ਕੰਮ ਚੱਲ ਰਿਹਾ ਸੀਗਾ ਤਾਂ ਕੋਵਿਡ ਤੋਂ ਬਾਅਦ 3 ਮਹੀਨੇ ਤਾਂ ਵੈਸੇ ਵੀ ਸਾਡੇ ਕੋਲ ਕੋਈ ਗਾਹਕ ਨਹੀਂ ਸੀ। ਹੁਣ ਉਸ ਤੋਂ ਬਾਅਦ ਜੇ ਕੋਈ ਹਾਲਾਤ ਮਾੜੇ ਮੋਟੇ ਸੁਧਰੇ ਨੇ ਜੀ, ਉਸ ਤੋਂ ਬਾਅਦ ਤੁਸੀਂ ਫਿਰ ਨਵੇਂ ਸਿਰ ਤੋਂ ਲੋਕਡਾਊਨ ਲਾਉਣ ਦੀ ਤਿਆਰੀ ਕਰਤੀ। ਜੇ ਸਾਡੇ ਕੋਲ ਕੋਈ 10-20% ਗਾਹਕ ਸ਼ੁਰੂ ਹੋਇਆ ਸੀ, ਹੁਣ ਸ਼ਾਮ ਨੂੰ 6-7 ਵਜੇ ਦੀ ਪਹਿਲਾਂ ਹੀ ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਵੀ ਵਾਪਸ ਘਰ ਜਾਣਾ ਜੀ। ਉਸ ਤੋਂ ਇਲਾਵਾ ਅੱਜ ਦੇ ਹਾਲਾਤ ਜੋ ਬਿੱਲ ਪਾਸ ਕਰ ਰਹੇ ਨੇ ਜੀ, ਉਹਦੇ ਜੋ ਹੈਗਾ ਜੱਟ ਜ਼ਿਮੀਂਦਾਰ ਜਿੰਨੇ ਸਾਡੇ ਕੋਲ ਕਸਟਮਰ ਹੁੰਦੇ ਆ ਦਿਨਾਂ ਦੇ ਵਿੱਚ, ਉਹਨੇ ਸਾਡੇ ਕੋਲ ਕਾਰਾਂ ਲੈਣੀਆਂ ਹੁੰਦੀਆਂ, ਸਾਡੇ ਕੋਲ ਉਹ ਗਾਹਕ ਨਹੀਂ ਹੈ ਜੀ। ਕੋਵਿਡ-19 ਕਰਕੇ ਜੀ ਜਿਹੜੇ NRI ਸਾਡੇ ਕੋਲ ਭਰਾ ਗੱਡੀਆਂ ਲੈਣ ਆਉਂਦੇ ਇਹ ਦਿਨਾਂ 'ਚ, ਬਾਹਰੋਂ ਇਸ ਟਾਈਮ ਫਲਾਈਟਾਂ ਬੰਦ ਨੇ ਜੀ, ਸਾਡੇ ਕੋਲ ਉਹ ਨਹੀਂ ਆ ਰਹੇ ਜੀ। ਜਿੰਨੇ ਲੋਕਲ ਲੋਕ ਪੈਸਾ ਜਿਹਨਾਂ ਕੋਲ ਹੈ, ਪੈਸਾ ਹੀ ਨਹੀਂ ਹੈ, ਕੰਮ ਕਾਰ ਹੋਏਗਾ ਤਾਂ ਲੋਕ ਕਾਰਾਂ ਲੈ ਕੇ ਜਾਣਗੇ ਜੀ। ਕਿਉਂਕਿ ਸਾਡਾ ਤਾਂ ਜੋ ਕੰਮ ਟੋਟਲ ਹੀ ਬਰਬਾਦ ਹੋਇਆ ਪਿਆ ਜੀ। ਜੇ ਮਾੜੀ ਮੋਟੀ ਸਾਡੀ ਕੋਈ ਦੁਕਾਨਦਾਰੀ ਚੱਲਣੀ ਸ਼ੁਰੂ ਹੋਈ ਸੀਗੀ, ਆ ਕੋਵਿਡ-19 ਕਰਕੇ ਇਹਨਾਂ ਨੇ ਗਵਰਨਮੈਂਟ ਨੇ ਨਵੇਂ ਸਿਰ ਤੋਂ ਲੋਕਡਾਊਨ ਲਾਉਣ ਦੀ ਜੋ ਤਿਆਰੀ ਕਰ ਰਹੇ ਨੇ ਜੀ, ਉਹਦੇ ਖਿਲਾਫ ਹੁਣ ਅਸੀਂ ਕੋਈ ਵੀ ਕੰਮ ਕਰ ਨਹੀਂ ਕਰ ਪਾ ਰਹੇ ਜੀ। ਜਿਸ ਤਰ੍ਹਾਂ ਅਸੀਂ ਆਨੇ ਆ ਉਸ ਤਰ੍ਹਾਂ ਹੀ ਅਸੀਂ ਵਾਪਸ ਚਲੇ ਜਾਂਦੇ ਜੀ। ਗੱਲ ਕੀਤੀ ਜਾਵੇ ਤੁਹਾਡੇ ਕੋਲੇ ਪਹਿਲਾਂ ਕੋਵਿਡ-19 ਤੋਂ ਪਹਿਲਾਂ ਤੁਹਾਡੇ ਕੋਲ ਕਿੰਨੇ ਮੁਲਾਜ਼ਮ ਕੰਮ ਕਰਦੇ ਸੀ ਔਰ ਹੁਣ ਕਿੰਨੇ ਕਰ ਰਹੇ? ਕੋਵਿਡ-19 ਤੋਂ ਪਹਿਲਾਂ ਮੇਰੇ ਕੋਲ 4 ਮੁਲਾਜ਼ਮ ਸੀ ਜੀ। ਹੁਣ ਕੋਵਿਡ-19 ਤੋਂ ਬਾਅਦ ਸਾਨੂੰ ਆਪਣੇ ਖਰਚੇ ਕਰਨੇ ਬੜੇ ਔਖੇ ਹੋਏ ਪਏ ਆ। 3 ਮੁਲਾਜ਼ਮ ਅਸੀਂ ਡਿਊਟੀ ਤੋਂ ਆਫ ਕਰ ਚੁੱਕੇ ਹਾਂ ਜੀ। ਹੁਣ ਮੇਰੇ ਕੋਲ ਇਸ ਟਾਈਮ ਸਿਰਫ 1 ਮੁਲਾਜ਼ਮ ਹੈ ਜੀ। ਸਰ, ਗੱਲ ਕੀਤੀ ਜਾਵੇ ਹੁਣ ਵਪਾਰੀ ਜਿਹੜਾ ਆ ਤੁਹਾਡੇ ਕੋਲੇ ਨਹੀਂ ਆ ਰਿਹਾ, ਲੇਕਿਨ ਉਸ ਤੋਂ ਬਾਅਦ ਜਦੋਂ ਆਹ ਲੋਕਡਾਊਨ ਲੱਗਣ ਤੋਂ ਪਹਿਲਾਂ ਉਸ ਸਮੇਂ ਤੁਹਾਡਾ ਕੰਮ ਕਿਸ ਤਰ੍ਹਾਂ, ਮਤਲਬ ਕਿ ਮਾੜੀ ਮੋਟੀ ਲਾਈਨ ਤੇ ਆਇਆ ਸੀ ਕਿ ਨਹੀਂ? 10-20% ਲਾਈਨ ਤੇ ਆਉਣਾ ਸ਼ੁਰੂ ਹੋਇਆ ਸੀਗਾ ਜੀ। ਹੁਣ ਤੁਹਾਡਾ ਨਵਾਂ ਰੂਲ ਆ ਗਿਆ ਜੀ, ਲੋਕਡਾਊਨ ਲਾਉਣ ਦੀ ਤਿਆਰੀ ਹੈ। ਕਿਉਂਕਿ ਸਾਡੇ ਕੋਲ ਤਾਂ ਆਲ ਓਵਰ ਪੂਰੇ ਪੰਜਾਬ ਤੋਂ ਕਸਟਮਰਸ ਆਉਂਦੇ ਆ ਜੀ। ਕੋਈ ਅੰਮ੍ਰਿਤਸਰ ਤੋਂ ਆਉਂਦਾ, ਕੋਈ ਤਰਨਤਾਰਨ ਤੋਂ ਆਉਂਦਾ, ਮੋਗਾ, ਫਿਰੋਜ਼ਪੁਰ। ਹੁਣ ਉਹਨਾਂ ਨੂੰ ਸਭ ਨੂੰ ਪਤਾ ਹੈ ਯਾਰ 6-7 ਵਜੇ ਤੋਂ ਬਾਅਦ ਲੋਕਡਾਊਨ ਦੀ ਤਿਆਰੀ ਹੈ ਜੀ। ਉਹ ਆਉਂਦੇ ਹੀ ਨਹੀਂ ਹੈ, ਉਹਨਾਂ ਨੂੰ ਪਤਾ ਯਾਰ ਅਸੀਂ ਇੱਥੇ ਆ ਕੇ ਫਾਸੀ ਨਾ ਜਾਈਏ ਜੀ। ਜੇ ਗੱਲ ਕੀਤੀ ਜਾਵੇ ਲੋਕਲ ਕਸਟਮਰ ਜਿਹੜਾ ਕਿ ਲੁਧਿਆਣੇ ਦੀ ਜੇ ਗੱਲ ਕੀਤੀ ਜਾਵੇ, ਉਹ ਤੁਹਾਡੇ ਕੋਲ ਇਸ ਟਾਈਮ ਕਿੰਨਾ ਕੁ ਹੈ ਔਰ ਉਹਦੇ ਨਾਲ ਕਿੰਨਾ ਤੁਹਾਡਾ ਗੁਜ਼ਾਰਾ ਕਿੱਦਾਂ ਚੱਲ ਰਿਹਾ? ਸਰ ਸਾਡਾ ਗੁਜ਼ਾਰਾ ਹੀ ਹੈ ਨਹੀਂ। ਲੋਕਡਾਊਨ ਤੋਂ ਬਾਅਦ ਲੋਕਾਂ ਕੋਲ ਪੈਸਾ ਹੀ ਨਹੀਂ, ਕੰਮ ਕਾਰ ਨਹੀਂ ਹੈ ਜੀ। ਨਿਤ ਨਵੀਂ ਪਾਲਿਸੀਜ਼ ਆ ਰਹੀ ਹੈ ਜੀ ਗਵਰਨਮੈਂਟ ਦੀ, ਸਾਨੂੰ ਇਹੀ ਨਹੀਂ ਸਮਝ ਆ ਪਾ ਰਹੀ ਜੀ। ਪਹਿਲਾਂ ਸਾਡੀ ਮਹਿੰਗਾਈ ਨੇ ਅੱਜ ਤੋੜੀ ਹੈ ਜੀ। ਨੋਟਬੰਦੀ ਹੋਈ, ਫਿਰ GST ਹੋ ਗਿਆ ਜੀ, ਫਿਰ ਕੋਵਿਡ-19 ਹੋ ਗਿਆ ਜੀ। ਮਾੜੀ ਮੋਟੀ ਸਾਡਾ ਦਾਲ ਚੱਲਣੀ ਸ਼ੁਰੂ ਹੋਈ ਜੀ। ਹੁਣ ਨਵੇਂ ਸਿਰ ਤੋਂ ਫਿਰ ਤੁਹਾਡੀ ਲੋਕਡਾਊਨ ਦੀ ਤਿਆਰੀ ਚੱਲ ਰਹੀ ਹੈ ਜੀ। ਅਸੀਂ ਕਿੱਥੇ ਜਾਵਾਂਗੇ ਸਾਨੂੰ ਇਹ ਨਹੀਂ ਸਮਝ ਆ ਪਾ ਰਹੀ ਜੀ। ਕੇਂਦਰ ਦੇ ਵਿੱਚ ਜਿਹੜਾ ਕਿਸਾਨਾਂ ਨੇ ਇਸ ਟਾਈਮ ਧਰਨਾ ਲਾਇਆ ਹੋਇਆ ਵਾ, ਉਹਨਾਂ ਦੇ ਲਈ ਤੁਸੀਂ ਕੇਂਦਰ ਜਿਹੜੀ ਮੋਦੀ ਸਰਕਾਰ ਹੈ ਉਹਨੂੰ ਕੀ ਅਪੀਲ ਕਰੋਗੇ? ਅਸੀਂ ਇਹ ਅਪੀਲ ਕਰਾਂਗੇ ਜੀ, ਜੋ ਇਹਨਾਂ ਨੇ ਬਿੱਲ ਪਾਸ ਕੀਤੇ ਆ ਕਿਸਾਨਾਂ ਦੇ ਖਿਲਾਫ ਜੀ, ਇਹ ਟੋਟਲ ਗਲਤ ਹੈ ਜੀ। ਕਿਉਂਕਿ ਕਿਸਾਨ ਸਾਡੇ ਅੰਨਦਾਤਾ ਜੀ, ਅਸੀਂ ਰੋਟੀ ਉਹਨਾਂ ਤੋਂ ਹੀ ਖਾਣੀ ਹੈ ਜੀ। ਅਗਰ ਅਸੀਂ ਉਹਨਾਂ ਦੀ ਰੋਟੀ ਨਹੀਂ ਚੱਲੇਗੀ, ਸਾਡਾ ਨਹੀਂ ਚੱਲੇਗਾ, ਘਰ-ਬਾਰ ਕਿੱਦਾਂ ਚੱਲੇਗਾ ਜੀ? ਇਹ ਤਾਂ ਤੁਗਲਕੀ ਫਰਮਾਨ ਹੈ ਮੋਦੀ ਸਰਕਾਰ ਦੇ ਦੇਈ ਜਾਂਦੇ ਆ ਜੀ। ਕਿਸਾਨ ਵਿਚਾਰੇ ਉੱਥੇ ਇੰਨੀਆਂ ਠੰਡ ਦੇ ਵਿੱਚ ਰਾਤਾਂ ਦੇ ਬਾਹਰ ਰਹਿ ਰਹੇ ਜੀ। ਸਾਨੂੰ ਨਹੀਂ ਸਮਝ ਆ ਪਾ ਰਹੀ ਵੀ ਹਿੰਦੁਸਤਾਨ ਕਿੱਦਾਂ ਚੱਲੇਗਾ ਜੀ। ਇਸ ਸਮੇਂ ਜਿਹੜਾ ਕਾਰ ਬਾਜ਼ਾਰ ਦਾ ਤੁਹਾਡਾ ਕੀ ਹਾਲਾਤ ਵੱਧ ਤੋਂ ਬੱਤਰ ਹੋਏ ਹੋਏ ਨੇ ਜਨਾਬ। ਪਹਿਲਾਂ ਲੋਕਡਾਊਨ ਤੋਂ ਪਹਿਲਾਂ ਹਾਲਾਤ ਕੁਝ ਵਧੀਆ ਸੀਗੇ, ਰੋਟੀ ਪਾਣੀ ਚੱਲਦਾ ਸੀਗਾ। ਕਿਉਂਕਿ ਪਹਿਲਾਂ ਨੋਟਬੰਦੀ 'ਚ ਉੱਭਰੇ ਹਾਂ ਅਸੀਂ। ਪਹਿਲਾਂ ਨੇ ਨੋਟਬੰਦੀ ਲਾ ਕੇ ਕਾਰੋਬਾਰ ਬਿਜ਼ਨਸ ਖਤਮ ਕਰਤੇ। ਉਸ ਤੋਂ ਬਾਅਦ GST ਲਾਤਾ, ਉਸ ਤੋਂ ਨਿਕਲੇ ਆ। ਫਿਰ ਇਹਨੇ ਲੋਕਡਾਊਨ ਲਾਤਾ, ਲੋਕਡਾਊਨ 'ਚੋਂ ਨਿਕਲੇ ਆ। ਹੁਣ 5-10 ਪੈਸੇ ਮਾੜਾ ਮੋਟਾ ਕਾਰੋਬਾਰ ਚੱਲਣ ਲੱਗਿਆ। ਇਹ ਫਿਰ ਨਾਈਟ ਕਰਫਿਊ ਲਾਤਾ। ਨਾਈਟ ਕਰਫਿਊ ਦੇ ਨਾਲ ਵਪਾਰ ਨੂੰ ਤੁਹਾਡਾ ਕਿੰਨਾ ਕੁ ਅਸਰ ਪਊਗਾ? ਬਿਲਕੁਲ ਪੂਰਾ ਅਸਰ ਪਏਗਾ। ਕੋਈ ਵਪਾਰੀ ਅੰਮ੍ਰਿਤਸਰ ਤੋਂ ਆ ਰਿਹਾ, ਕੋਈ ਪਟਿਆਲੇ ਤੋਂ ਆ ਰਿਹਾ, ਕੋਈ ਰਾਜਪੁਰੇ ਤੋਂ ਆ ਰਿਹਾ, ਕੋਈ ਖੇਮਕਰਨ ਤੋਂ ਆ ਰਿਹਾ, ਉਹ ਵਾਪਸ ਕਿੱਦਾਂ ਜਾਏਗਾ? ਕੋਈ ਸੋਰਸ ਹੈ? ਕੋਈ ਸੋਰਸ ਨਹੀਂ ਹੈ। ਤੁਸੀਂ ਸਰਕਾਰ ਨੂੰ ਇਹਦੇ ਲਈ ਕੀ ਅਪੀਲ ਕਰਨਾ ਚਾਹੋਗੇ? ਅਸੀਂ ਤਾਂ ਇਹ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਵੀ ਸ਼੍ਰੀਮਾਨ ਜੀ ਥੋੜ੍ਹਾ ਬਹੁਤ ਪਬਲਿਕ 'ਤੇ ਰਹਿਮ ਕੀਤਾ ਜਾਵੇ। ਕੋਈ ਲੋਕਡਾਊਨ ਕਰਫਿਊ ਦੀ ਲੋੜ ਨਹੀਂ ਹੈ। ਪਬਲਿਕ ਸੈਲਫ ਸੇਫਟੀ ਭਾਲਦੀ ਆ, ਉਹਨਾਂ ਦੀ ਹੋ ਰਹੀ ਹੈ, ਆਪਣੇ ਆਪ ਕਰ ਰਿਹਾ। ਇਹਨੇ ਸੈਲਫ ਪ੍ਰਿਪੇਅਰ ਕਰਕੇ ਚੱਲਦਾ ਜਿਹਨੇ ਜੋ ਕਰਨਾ ਆ। ਤੁਹਾਨੂੰ ਲੱਗਦਾ ਕਿ ਸਰ ਲੋਕ ਜਿਹੜੇ ਨੇ ਮਾਸਕ ਦਾ ਇਸ ਸਮੇਂ ਸਹੀ ਇਸਤੇਮਾਲ ਕਰ ਰਹੇ ਨੇ? ਬਿਲਕੁਲ ਸਹੀ ਇਸਤੇਮਾਲ ਕਰ ਰਹੇ ਨੇ, ਪ੍ਰੋਪਰ ਸਹੀ ਇਸਤੇਮਾਲ ਹੋ ਰਿਹਾ।
ਸਰ ਗੱਲ ਕੀਤੀ ਜਾਵੇ ਇਸ ਸਮੇਂ ਤੁਹਾਡੇ ਕਾਰ ਬਾਜ਼ਾਰ ਦੀ, ਤਾਂ ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ? ਸਰ ਹੁਣ ਤਾਂ ਬਹੁਤ ਮਾੜਾ ਹਾਲ ਆ ਜੀ। ਪਹਿਲਾਂ ਤਾਂ ਕਾਮਨ ਰੈਵਨਿਊ ਸੀਗਾ, ਉਦੋਂ ਬਾਅਦ ਕਿਸਾਨਾਂ ਦਾ ਮੁੱਦਾ ਨੂੰ ਵਿਚਾਰੇ ਉਹ ਵੀ ਜਾਇਜ਼ ਆਪਣੀ ਆ, ਕਿਸਾਨ ਵੀ ਉਹ ਵੀ ਹੁਣ ਹਾਲਾਂਕਿ ਸਾਡੇ ਭਰਾ ਨੇ, ਉਹ ਅਸੀਂ ਉਹਨਾਂ ਨਾਲ ਖੜੇ ਆ, ਪਰ ਇਹ ਕਿ ਉਹ ਵਿਚਾਰੇ ਬਾਹਰ ਬੈਠੇ ਰੋਡਾਂ ਤੇ। ਹੁਣ ਅਸੀਂ ਦੱਸੋ ਕਿੱਧਰ ਨੂੰ ਜਾਈਏ ਉਹਦੇ ਵਿੱਚ ਜੀ। ਹੁਣ ਕੰਮਕਾਰ ਸਾਰੇ ਚੌਪਟ ਹੋ ਗਏ ਉਹਦੇ ਕਰਕੇ ਜੀ। ਅੱਗੇ ਸੀਗਾ ਚਲੋ ਕਿਸਾਨ ਵੀਰ ਝੋਨਾ ਲਾਉਂਦੇ ਸੀ, ਖੇਤੀ ਕਰਦੇ ਸੀ, ਸਾਨੂੰ ਵੀ ਕੋਈ ਅਸਰ ਸੀ ਉਹਨਾਂ ਦਾ ਵੀ ਚੱਲ ਯਾਰ ਗੱਡੀ ਲੈਣਗੇ ਨਵੀਂ, ਕੋਈ ਪੁਰਾਣੀ ਲੈਣਗੇ, ਸੈਕਿੰਡ ਹੈਂਡ ਲੈਣਗੇ, ਲੋਨ ਕਰਾਉਣਗੇ। ਹੁਣ ਉਹਦੇ ਕਰਕੇ ਸਾਰਾ ਹੀ ਕੰਮ ਇੱਕਦਮ ਠੱਪ ਪਿਆ। ਉਦੋਂ ਬਾਅਦ ਇਹਨਾਂ ਨੇ ਲਾਕਡਾਊਨ ਲਾਤਾ ਜੀ, ਰਾਤ ਨੂੰ 10 ਵਜੇ ਤੋਂ ਸਵੇਰੇ 5। ਦੱਸੋ ਸਰ ਰਾਤ ਨੂੰ 10 ਵਜੇ ਲਾਕਡਾਊਨ ਦਾ ਕੀ ਮਤਲਬ ਆ? ਇੰਨੀ ਸਰਦੀ ਪੈ ਰਹੀ ਆ, ਲੋਕ ਤਾਂ ਵੈਸੇ ਹੀ 6-7 ਵਜੇ ਘਰਾਂ ਨੂੰ ਚਲ ਜਾਂਦੇ ਜੀ। ਤੁਸੀਂ ਸਮਝਦੇ ਗੱਲ ਨੂੰ, 6-7 ਵੇਲੇ ਘਰਾਂ ਨੂੰ ਚਲ ਜਾਂਦੇ ਆ। ਕਿਹੜਾ ਟਾਈਮ ਆ ਲਾਕਡਾਊਨ ਆਉਣ ਦਾ? ਇਹਦਾ ਕੋਈ ਹੱਲ ਨਹੀਂ ਹੈ। ਠੀਕ ਹੈ ਜੀ, ਮਾਸਕ ਲਾਉਣੇ, ਸਾਡੇ ਕੋਲ ਕਸਟਮਰ ਆਉਂਦੇ ਆ, ਅਸੀਂ ਪੈਕਟ ਲਿਆ ਕੇ ਰੱਖੇ ਮਾਸਕਾਂ ਦੇ। ਅਗਰ ਨਹੀਂ ਕਿਸੇ ਨੇ ਮਾਸਕ ਲਾਉਣੇ, ਭਾਈ ਸਾਹਿਬ ਪਹਿਲਾਂ ਮਾਸਕ ਲਾਓ। ਹਰ ਪਾਸੇ ਅਸੀਂ ਉਹਨਾਂ ਨੂੰ ਹੱਲ ਕਰਦੇ ਹਾਂ, ਦੂਰੀ ਵੀ ਰੱਖਦੇ ਉਹਨਾਂ ਤੋਂ, ਹਰ ਚੀਜ਼। ਲੇਕਿਨ ਉਹ ਵਿਚਾਰੇ ਹੁਣ ਰਾਤ ਨੂੰ ਕਰਫਿਊ ਲੱਗਿਆ, ਅਗਲੇ ਜੇ ਆ ਗਏ ਤਾਂ ਵਾਪਸ ਨਹੀਂ ਜਾ ਸਕਦੇ, ਜਾਂ ਉਹਨਾਂ ਰੂਮ ਲੈ ਕੇ ਦਈਏ। ਇੰਨੀਆਂ ਕਮਾਈਆਂ ਤਾਂ ਖਤਮ ਹੀ ਹੋ ਗਈਆਂ ਜੀ ਵੀ ਉਹਨਾਂ 2000 ਦਾ ਰੂਮ ਲੈ ਕੇ ਦੇਵਾਂਗੇ ਜਾਂ ਨੈਸਟੇ ਕਰਾਵਾਂਗੇ। ਤੇ ਇਹ ਚੱਕਰ ਹੈ ਸਰ ਗੱਲ ਕੀਤੀ ਜਾਵੇ ਕੋਵਿਡ ਕੇਸ ਜਿਹੜੇ ਨੇ ਉਹਨਾਂ ਦੀ ਗਿਣਤੀ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ, ਜਿਸ ਵਜ੍ਹਾ ਨਾਲ ਪੰਜਾਬ ਹੀ ਨਹੀਂ ਹੋਰ ਸੂਬਿਆਂ ਦੇ ਵਿੱਚ ਲਾਕਡਾਊਨ ਲਗਾਇਆ ਗਿਆ ਵਾ। ਅਗਰ ਪੰਜਾਬ ਦੇ ਵਿੱਚ ਲੱਗਿਆ ਵਾ ਤਾਂ ਇਹਨੂੰ ਤੁਸੀਂ ਕਿਸ ਤਰ੍ਹਾਂ ਦਾ ਹੱਲ ਕਰ ਸਕਦੇ ਹੋ? ਸਰ ਹੱਲ ਤਾਂ ਇਹ ਵੀ ਆਪਣਾ ਪਰਹੇਜ਼ ਕਰੋ ਪੂਰਾ, ਹੋਰ ਤਾਂ ਕੋਈ ਇਹਦਾ ਹੱਲ ਨਹੀਂ ਹੈ। ਹੁਣ ਰਾਤ ਨੂੰ 10 ਵਜੇ ਤੋਂ ਬਾਅਦ ਤਾਂ ਵੈਸੇ ਹੀ ਲੋਕ ਆਪਣੇ ਘਰਾਂ ਨੂੰ ਚੱਲ ਜਾਂਦੇ ਆ। ਠੀਕ ਆ, ਤੁਸੀਂ ਲਾਕਡਾਊਨ ਲਾਉਣਾ ਤਾਂ ਕੋਈ ਸਿਸਟਮ ਹੁੰਦਾ ਕੰਮ ਦਾ ਨਾ। ਅਸੀਂ ਇਹ ਕਹਿੰਦੇ ਠੀਕ ਆ ਲਾਕਡਾਊਨ ਲਾਓ ਤੁਸੀਂ, ਲੇਕਿਨ ਇਹ ਕਿਹੜਾ ਟਾਈਮ ਹੈ ਰਾਤ ਨੂੰ 10 ਵਜੇ ਲਾਓ ਜੀ, ਸਵੇਰੇ 5 ਵਜੇ ਖੋਲ੍ਹੋ। 7 ਵਜੇ ਦੁਕਾਨਾਂ ਸਾਡੀਆਂ ਬੰਦ ਹੋ ਜਾਂਦੀਆਂ ਜੀ। ਜੇ ਕਸਟਮਰ ਬਾਹਰੋਂ ਆਉਂਦਾ ਉਹ ਵਿਚਾਰਾ ਪਹਿਲਾਂ ਵੇਟ ਕਰੂਗਾ ਜੀ, ਮਿਲੂਗੇ ਕਿ ਨਹੀਂ ਮਿਲਣਗੇ। ਜੇ ਉਹ ਕਿਤੇ ਲੇਟ ਸ਼ੇਡ ਆ ਵੀ ਤਾਂ ਸਾਡੀਆਂ ਦੁਕਾਨਾਂ ਬੰਦ ਪਈਆਂ ਜੀ, ਕੰਮ ਕਰ ਰਹੇ ਨਹੀਂ। ਅਯਾਲੀ ਪਿੰਡ ਵਿੱਚ ਜਿਹੜੀ ਤੁਹਾਨੂੰ ਜਗ੍ਹਾ ਮਿਲੀ ਗਈ ਹੈ ਕਾਰ ਬਾਜ਼ਾਰ ਦੇ ਲਈ, ਉਹਦੇ ਬਾਰੇ ਸਰ ਕੀ ਦੱਸੋ? ਸਰ ਉਹਦੇ ਬਾਰੇ ਕੀ ਦੱਸੀ, ਉਹ ਵੀ ਇਹੀ ਹਾਲ ਹੁਣ 2 ਮਹੀਨੇ ਤੋਂ ਪਹਿਲਾਂ ਬੰਦ ਪਿਆ ਸੀਗਾ ਜੀ, ਕੋਲੋਂ ਰੈਂਟ ਦਿੱਤੇ ਆ ਜੀ। ਕਿਉਂਕਿ ਕਸਟਮਰ ਦੇਖੋ ਜੇ ਕਿਰਾਇਆ ਦਾ ਲੈਣਾ ਜੀ, ਸਾਡੇ ਹੁਣ 3-3 ਮਹੀਨੇ ਦੇ ਸਾਨੂੰ ਕਿਰਾਏ ਖੁਦ ਪੈ ਗਏ ਕੋਲੋਂ ਜੀ। ਕਿਉਂਕਿ ਇਹ 'ਚ ਮਾਲ ਮਕਾਨ ਨੂੰ ਕੋਈ ਮਤਲਬ ਨਹੀਂ ਜੀ, ਉਹਨੇ ਦੁਕਾਨ ਦਿੱਤੀ ਹੈ ਤਾਂ ਉਹਨੇ ਕਿਰਾਇਆ ਤਾਂ ਲੈਣਾ ਹੀ ਹੈ ਸਰ। ਇਹ ਚੱਕਰ ਹੈ ਜੀ ਸਰ ਜਿਹੜੀ ਗੱਲ ਕੀਤੀ ਜਾਵੇ ਅਯਾਲੀ ਪਿੰਡ ਦੇ ਵਿੱਚ ਜਿਹੜਾ ਤੁਹਾਨੂੰ ਜਗ੍ਹਾ ਮਿਲੀ ਹੋਈ ਹੈ ਕਾਰ ਬਾਜ਼ਾਰ ਦੇ ਲਈ, ਉਹਦੇ ਬਾਰੇ ਸਰ ਕੀ? ਉਹ ਇਸ ਤਰ੍ਹਾਂ ਸਰ ਉੱਥੇ ਵੀ ਇਹੀ ਹਾਲ ਹੀਲੇ ਨੇ, ਕਿਉਂਕਿ ਵਪਾਰ ਹੈ ਨਹੀਂ। ਉੱਥੇ ਜਾ ਕੇ ਰੈਂਟ ਤਾਂ ਦੇਣਾ ਹੀ ਪੈਣਾ ਆ। ਕੋਈ ਵੀ ਆਪਾਂ ਪ੍ਰਾਪਰਟੀ ਰੈਂਟ ਤੇ ਲੈਣਾ, ਰੈਂਟ ਦੇਣਾ ਹੀ ਪੈਣਾ। ਰੈਂਟ ਮਾਲਕ ਨੇ ਰੈਂਟ ਲੈਣਾ ਹੀ ਆ। ਵਿਹਲੀਆਂ ਪਏ ਜਗ੍ਹਾ ਦਾ ਰੈਂਟ ਦੇ ਰਹੇ ਆ ਇਸੇ ਕਾਰ ਬਾਜ਼ਾਰ ਵਾਲੇ। ਠੀਕ ਹੈ ਨਾ? ਗੱਲ ਕੀਤੀ ਜਾਵੇ ਅਗਰ ਕਿਸਾਨਾਂ ਦਾ ਅਗਰ ਅੰਦੋਲਨ ਨਾ ਹੁੰਦਾ ਤਾਂ ਤੁਹਾਡੇ ਕਾਰੋਬਾਰ 'ਚ ਕਿੰਨਾ ਕੁ % ਵਾਧਾ ਹੋਣਾ ਸੀ? ਘੱਟੋ ਘੱਟ ਨਹੀਂ ਤਾਂ 30-40 ਪੈਸੇ ਸਾਨੂੰ ਫਰਕ ਪੈ ਜਾਣਾ ਸੀਗਾ, ਕਿਉਂਕਿ ਕਿਸਾਨ ਭਰਾਵਾਂ ਨੇ ਹੀ ਫਸਲ ਵੱਢੀ ਆ। ਠੀਕ ਹੈ ਜੀ, ਜੀਰੀ ਵੱਢ ਲਈ, ਜੀਰੀ ਵੱਢ ਕੇ ਉਹ ਦਿੱਲੀ ਨੂੰ ਚਾਲੇ ਤਾਂ ਪਾਉਣੇ ਪੈ ਗਏ ਉਹਨਾਂ ਨੂੰ, ਉਹ ਸਾਡੇ ਕੋਲੇ ਨਹੀਂ ਆ ਸਕੇ, ਕਿਉਂਕਿ ਆਪਣੀਆਂ ਖੁਆਇਸ਼ਾਂ ਮਾਰ ਕੇ ਉਹ ਉੱਥੇ ਬੈਠੇ ਨੇ, ਆਪਦੇ ਹੱਕ ਲਈ ਬੈਠੇ ਨੇ। ਠੀਕ ਹੈ ਜੀ, ਕਿਉਂਕਿ ਜਿੰਨੀ ਦੇਰ ਉਹਨਾਂ ਦਾ ਕੋਈ ਡਿਸੀਜਨ ਨਹੀਂ ਹੁੰਦਾ, ਸਾਡੀ ਕੋਈ ਸੇਲ ਆਊਟ ਨਹੀਂ ਹੋਣੀ ਹੈਗੀ। ਕਸਟਮਰ ਆਉਣਾ ਕਿੱਥੋਂ ਆ? ਪਿੰਡਾਂ ਦੇ ਵਿੱਚੋਂ। ਕਿਸੇ ਨੇ ਕੋਈ 60,000 ਵਾਲੀ ਲੈਂਦਾ, ਕੋਈ ਲੱਖ ਵਾਲੀ ਲੈਂਦਾ, ਕੋਈ ਕਿਸੇ ਰੇਂਜ 'ਚ। ਜੇ ਉਹਦੀ ਰੇਂਜ ਆ ਉਸ ਰੇਂਜ ਨਾਲ ਉਹ ਆਪਣਾ ਬਾਏ ਕਰਦਾ ਹੈ, ਜਿੰਨੀ ਉਹਦੀ ਪੋਕਟ ਅਲਾਓ ਕਰਦੀ ਆ। ਹਰ ਵਿਅਕਤੀ ਦੀ ਸਰ ਇਸ ਸਮੇਂ ਜਿਹੜੀ ਹੈ ਅਰਥ ਵਿਵਸਥਾ ਜਿਹੜੀ ਹੈ ਉਹ ਡਾਵਾਡੋਲ ਹੁੰਦੀ ਦਿਖ ਰਹੀ ਹੈ। ਤੇ ਤੁਹਾਨੂੰ ਜੇਕਰ ਕਿਹਾ ਜਾਵੇ ਕਿ ਇਸ ਸਮੇਂ ਤੁਸੀਂ ਕੇਂਦਰ ਦੀ ਸਰਕਾਰ ਨੂੰ ਅਗਰ ਕੋਈ ਸੰਦੇਸ਼ ਦੇਣਾ ਚਾਹੋ ਤਾਂ ਕੀ ਸੰਦੇਸ਼ ਦਿਓ? ਅਸੀਂ ਤਾਂ ਸੰਦੇਸ਼ ਇਹ ਦਿੰਦੇ ਹਾਂ, ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ, ਸਾਡਾ ਕਾਰੋਬਾਰ ਆਟੋਮੈਟਿਕ ਚੱਲ ਪੈਣਾ ਆ ਕੇ ਇੱਥੇ। ਕਿਉਂਕਿ ਵਾਇਰ ਸਾਡੇ ਕਿਸਾਨ ਨੇ, ਸਾਰੇ ਕਿਸਾਨਾਂ ਦੇ ਮੁੱਦੇ ਨੇ, ਹੋਰ ਕੋਈ ਨਹੀਂ ਹੈ। ਇਹ 'ਚ ਕੋਈ ਉਹ ਨਹੀਂ ਹੈ, ਕੋਈ ਮਤਲਬ ਕਿ ਜਿਹਨੂੰ ਕਿਹਾ ਜਾਵੇ ਕਿਸਾਨਾਂ ਦੇ ਮੁੱਦਾ ਸਾਰਿਆਂ ਨਾਲੋਂ ਵੱਡਾ ਮੁੱਦਾ ਆ। ਠੀਕ ਹੈ ਜੀ, ਕਿਸਾਨ ਰੋਟੀ ਅੰਨ ਪਾਣੀ ਉਗਾਉਂਦਾ ਤੇ ਤਾਂ ਆਪਾਂ ਪਬਲਿਕ ਖਾਂਦੇ ਆ, ਚਾਹੇ ਕੋਈ ਵੀ ਆ, ਚਾਹੇ ਆਪਾਂ ਬਾਏ ਕਰਦੇ ਆ, ਉਹ ਆਪਣੀ ਮਰਜ਼ੀ ਆ। ਲੁਧਿਆਣਾ ਦੇ ਕਾਰ ਬਾਜ਼ਾਰ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲਾਕਡਾਊਨ ਅਤੇ ਕਿਸਾਨਾਂ ਦੇ ਧਰਨੇ ਤੋਂ ਬਾਅਦ ਜਿਹੜਾ ਆ ਇਸ ਸਮੇਂ ਸਾਡਾ ਜਿਹੜਾ ਕਾਰੋਬਾਰ ਜਿਹੜਾ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ, ਔਰ ਅਸੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹਨਾਂ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਨ ਤਾਂ ਕਿ ਸਾਡਾ ਜਿਹੜਾ ਵਪਾਰ ਫਿਰ ਤੋਂ ਦੁਬਾਰਾ ਵੱਧ ਫੁੱਲ ਸਕੇ। ਲੁਧਿਆਣਾ ਲਾਈਵ ਤੋਂ ਕੈਮਰਾਮੈਨ ਬਲਵਿੰਦਰ ਦੇ ਨਾਲ ਕੁਲਦੀਪ ਦੀ ਰਿਪੋਰਟ।